ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। My name is Sarabjit Kaur. I am working as PGT Political Science in Khalsa College Public School, GT Road, Amritsar. It is a great opportunity for me to deliver my lecture on KCGC. So today's my topic is United Nation Organization. ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਸਾਰਾ ਵਰਲਡ ਕਿਸੇ ਨਾ ਕਿਸੇ ਦੇਸ਼ ਦੇ ਵਿਚਕਾਰ ਜੋ ਵੀ ਯੁੱਧ ਲੱਗੇ ਰਹਿੰਦੇ ਉਹਨਾਂ ਤੋਂ ਪਰੇਸ਼ਾਨ ਰਹਿੰਦਾ ਹੈ। ਠੀਕ ਹੈ, ਇਹ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਕਿ ਬਹੁਤ ਸਾਰੇ ਦੇਸ਼ ਪਾਵਰ ਨੂੰ ਹਾਸਲ ਕਰਨ ਵਾਸਤੇ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਆ। ਅਤੇ ਜਦੋਂ ਇਹ ਜਿਹੜੀ ਜੰਗ ਹੈਗੀ ਆ ਜਿਹਦੇ ਵਿੱਚ ਬਹੁਤ ਸਾਰੇ ਦੇਸ਼ ਸ਼ਾਮਿਲ ਹੋ ਜਾਂਦੇ ਆ ਅਤੇ ਉਹਨਾਂ ਨੂੰ ਵਰਲਡ ਵਾਰ ਕਿਹਾ ਜਾਂਦਾ ਹੈ। ਠੀਕ ਹੈ, ਸਾਡੇ ਵਰਲਡ ਵਿੱਚ ਹੁਣ ਤੱਕ 2 ਵਰਲਡ ਵਾਰਸ ਹੋ ਚੁੱਕੀਆਂ ਹੈ, ਫਸਟ ਵਰਲਡ ਵਾਰ ਐਂਡ ਸੈਕਿੰਡ ਵਰਲਡ ਵਾਰ। ਫਸਟ ਵਰਲਡ ਵਾਰ ਦਾ ਟਾਈਮ ਪੀਰੀਅਡ 1914 to 1918 ਸੀ। ਠੀਕ ਹੈ, ਇਸ ਸਮੇਂ ਟੈਕਨੋਲੋਜੀ ਕੋਈ ਬਹੁਤ ਜ਼ਿਆਦਾ ਡਿਵੈਲਪ ਨਹੀਂ ਸੀ, ਇਸ ਕਰਕੇ ਇਹ ਵਾਰ ਜਿਹੜੀ ਬਹੁਤ ਜ਼ਿਆਦਾ ਡਿਸਟਰਕਟਿਵ ਨਹੀਂ ਸੀ। ਪਰ ਫਿਰ ਵੀ ਵਰਲਡ ਲੀਡਰ ਦੇ ਦੁਆਰਾ ਸੋਚਿਆ ਗਿਆ ਕਿ ਕੋਈ ਇਹੋ ਜਿਹਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਆ ਜੋ ਇਹਨਾਂ ਵਰਲਡ ਵਾਰਸ ਨੂੰ ਰੋਕ ਸਕੇ। ਇਸ ਕਰਕੇ ਲੀਗ ਆਫ ਨੇਸ਼ਨਸ ਨਾਮ ਦੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਣਾਈ ਗਈ। ਬਟ ਲੀਗ ਆਫ ਨੇਸ਼ਨਸ ਜਿਹੜੀ ਹੈ ਬਹੁਤ ਇਫੈਕਟਿਵ ਆਰਗੇਨਾਈਜੇਸ਼ਨ ਨਹੀਂ ਸੀ, ਕਿਉਂਕਿ ਸੈਕਿੰਡ ਵਰਲਡ ਵਾਰ ਜਿਹੜੀ ਆ ਉਹ ਇਨੀਸ਼ੀਏਟ ਹੋ ਗਈ। ਸੈਕਿੰਡ ਵਰਲਡ ਵਾਰ ਦਾ ਟਾਈਮ ਪੀਰੀਅਡ 1939 to 1945 ਸੀ। ਉਸ ਸਮੇਂ ਟੈਕਨੋਲੋਜੀ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੀ ਸੀ। ਸੈਕਿੰਡ ਵਰਲਡ ਵਾਰ 2 ਮੇਨ ਪਾਵਰਸ ਦੇ ਵਿਚਕਾਰ ਲੜੀ ਗਈ। ਇੱਕ ਸਾਈਡ 'ਤੇ ਸੀ ਐਕਸਿਸ ਪਾਵਰ ਅਤੇ ਦੂਸਰੀ ਸਾਈਡ 'ਤੇ ਸੀ ਅਲਾਈਡ ਪਾਵਰਸ। ਐਕਸਿਸ ਪਾਵਰਸ ਦੇ ਵਿੱਚ ਜਰਮਨੀ, ਇਟਲੀ ਅਤੇ ਜਾਪਾਨ ਨਾਂ ਦੇ ਰਾਸ਼ਟਰ ਸੀ, ਅਤੇ ਅਲਾਈਡ ਪਾਵਰਸ ਦੇ ਵਿੱਚ USA, USSR, UK ਅਤੇ ਫਰਾਂਸ ਨਾਂ ਦੀਆਂ ਕੰਟਰੀ ਸੀ। ਇਹਨਾਂ ਦੋਨਾਂ ਦੇ ਵਿਚਕਾਰ ਇਹ ਯੁੱਧ ਲੜਿਆ ਗਿਆ ਅਤੇ ਰਿਜ਼ਲਟ ਕੀ ਹੋਇਆ? ਐਕਸਿਸ ਪਾਵਰ ਜਿਹੜੀਆਂ ਹੈਗੀਆਂ ਸੀ ਉਹ ਅਲਾਈਡ ਪਾਵਰਸ ਤੋਂ ਹਾਰ ਗਈਆਂ। ਅਲਾਈਡ ਪਾਵਰ ਡਿਫੀਟਡ ਦਾ ਐਕਸਿਸ ਪਾਵਰ। ਬਟ ਉਸ ਸਮੇਂ ਟੈਕਨੋਲੋਜੀ ਬਹੁਤ ਜ਼ਿਆਦਾ ਡਿਵੈਲਪ ਹੋਣ ਕਰਕੇ ਸਾਰੇ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਡਿਸਟਰਕਸ਼ਨ ਹੋਈ ਸੀ। ਠੀਕ ਹੈ, ਜਿਸ ਕਰਕੇ ਵਰਲਡ ਲੀਡਰਸ ਦੇ ਦੁਆਰਾ ਇਹ ਸੋਚਿਆ ਗਿਆ ਕਿ ਕੋਈ ਇਹੋ ਜਿਹੀ ਇਫੈਕਟਿਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਆ ਜੋ ਸਾਡੀਆਂ ਨੈਕਸਟ ਜਨਰੇਸ਼ਨਸ ਨੂੰ ਥਰਡ ਵਰਲਡ ਵਾਰ ਦੇ ਖਤਰੇ ਤੋਂ ਬਚਾ ਸਕੇ। ਇਸ ਕਰਕੇ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਬਣਾਈ ਗਈ ਆਫਟਰ ਦਾ ਸੈਕਿੰਡ ਵਰਲਡ ਵਾਰ। 1945 ਦੇ ਵਿੱਚ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਬਣਾਈ ਗਈ ਸੀ। 1945 ਦੇ ਵਿੱਚ 51 ਕੰਟਰੀਜ਼ ਜਿਹੜੀਆਂ ਹੈਗੀਆਂ ਸੀ ਉਹਨਾਂ ਨੇ ਯੂਨਾਈਟਿਡ ਨੇਸ਼ਨ ਚਾਰਟਰ ਦੇ ਉੱਪਰ ਆਪਣੇ ਸਾਈਨ ਕੀਤੇ ਅਤੇ ਨਾਲ ਹੀ ਵਰਲਡ ਦੇ ਵਿੱਚ ਇਹ ਆਪਣਾ ਡੈਕਲਾਰੇਸ਼ਨ ਕੀਤੀ ਕਿ ਉਹ ਜਿਹੜਾ ਹੈਗਾ ਵਾ ਯੁੱਧ ਨੂੰ ਸੀਮਤ ਕਰਨਗੇ। ਕਿਸੇ ਵੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਬਣਾਉਣ ਪਿੱਛੇ 2 ਮੇਨ ਆਬਜੈਕਟਿਵਸ ਹੁੰਦੇ ਆ। ਠੀਕ ਹੈ, ਇੱਕ ਤਾਂ ਹੈਗਾ ਟੂ ਮੇਨਟੇਨ ਪੀਸ ਐਂਡ ਸਿਕਿਉਰਿਟੀ ਇਨ ਦਾ ਵਰਲਡ, ਅਤੇ ਸੈਕਿੰਡ ਹੈਗਾ ਟੂ ਇਕਨੋਮਿਕ ਡਿਵੈਲਪਮੈਂਟ। ਸੋ ਇਹ ਆਰਗੇਨਾਈਜੇਸ਼ਨ ਜਦੋਂ ਬਣਾਈ ਗਈ ਸੀ ਵਰਲਡ ਦੇ ਵਿੱਚ ਪੀਸ ਨੂੰ ਮੇਨਟੇਨ ਕਰਨ ਵਾਸਤੇ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਿਹੜੇ ਕਨਫਲਿਕਟਸ ਹੁੰਦੇ ਆ ਉਹਨਾਂ ਨੂੰ ਪ੍ਰੀਵੈਂਟ ਕਰਨ ਵਾਸਤੇ। ਠੀਕ ਹੈ, ਅਤੇ ਕਾਫੀ ਹੱਦ ਤੱਕ ਇਹ ਸੰਸਥਾ ਜਿਹੜੀ ਉਹ ਸਫਲ ਵੀ ਰਹੀ। ਬਹੁਤ ਹੀ ਪ੍ਰਸਿੱਧ ਜਿਹੜੇ ਵਿਦਵਾਨ ਹੈਗੇ ਆ ਡੈਮ ਹੈਂਗਰਸਟੈਮ, ਉਹਨਾਂ ਨੇ ਕਿਹਾ ਕਿ ਯੂਨਾਈਟਿਡ ਨੇਸ਼ਨ ਸਾਡੀ ਲਾਈਫ ਨੂੰ ਸਵਰਗ ਤੇ ਨਹੀਂ ਬਣਾ ਸਕਦੀ, ਬਟ ਇਹ ਸਾਡੀ ਲਾਈਫ ਨੂੰ ਨਰਕ ਬਣਨ ਤੋਂ ਰੋਕ ਸਕਦੀ ਆ। ਸੋ ਸਮੇਂ-ਸਮੇਂ 'ਤੇ ਯੂਨਾਈਟਿਡ ਨੇਸ਼ਨਸ ਅਲੱਗ-ਅਲੱਗ ਦੇਸ਼ਾਂ ਦੇ ਵਿਚਕਾਰ ਹੋਣ ਵਾਲੇ ਝਗੜਿਆਂ ਦਾ ਨਿਪਟਾਰਾ ਕਰਦੀ ਹੈ, ਆਪਸ ਦੇ ਵਿੱਚ ਗੱਲਬਾਤ ਕਰਦੀ ਹੈ। ਯੂਨਾਈਟਿਡ ਨੇਸ਼ਨ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੀ ਆ ਅਲੱਗ-ਅਲੱਗ ਕੰਟਰੀਜ਼ ਨੂੰ ਤਾਂ ਕਿ ਉਹ ਆਪਣੇ ਝਗੜੇ ਜਿਹੜੇ ਹੈਗੇ ਆ ਉਹ ਗੱਲਬਾਤ ਰਾਹੀਂ ਨਿਪਟਾ ਸਕਣ ਅਤੇ ਵਾਰ ਦਾ ਖਤਰਾ ਜਿਹੜਾ ਹੈਗਾ ਵਾ ਉਹ ਨਾ ਹੋਵੇ। ਯੂਨਾਈਟਿਡ ਨੇਸ਼ਨਸ ਦੇ ਮੇਨ 6 ਆਰਗਨਸ ਹੈਗੇ ਆ, ਜਿਹਦੇ ਵਿੱਚ ਫਸਟ ਆਰਗਨ ਹੈਗਾ ਹੈ the General Assembly, second ਹੈਗਾ the Security Council, third ਹੈਗਾ the Social and Economic Council, fourth ਹੈਗਾ the Trusteeship Council, fifth ਹੈਗਾ the International Court of Justice, ਤੇ sixth ਹੈਗਾ Secretariat। ਹੋਰ ਵੀ ਇਸ ਦੀਆਂ ਬਹੁਤ ਸਾਰੀਆਂ ਏਜੰਸੀਜ਼ ਹੈਗੀਆਂ ਵਾ ਜੋ ਵਰਲਡ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਕੰਮ ਕਰਦੀਆਂ ਵਾ, ਜਿਵੇਂ ਯੂਨੀਸੈਫ ਹੋ ਗਿਆ, ਯੂਨੈਸਕੋ ਹੋ ਗਿਆ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋ ਗਿਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋ ਗਿਆ, ILO ਹੋ ਗਿਆ, ਵਰਲਡ ਬੈਂਕ ਹੋ ਗਿਆ, ਇੰਟਰਨੈਸ਼ਨਲ ਮੋਨੇਟਰੀ ਫੰਡ ਹੋ ਗਿਆ, ਜੋ ਕਿ ਅਲੱਗ-ਅਲੱਗ ਕੰਮ ਕਰਦੀਆਂ। ਸਭ ਤੋਂ ਪਹਿਲਾਂ ਅਸੀਂ ਇਸ ਦੇ ਆਰਗਨਸ ਦੀ ਗੱਲ ਕਰਾਂਗੇ। ਫਸਟ ਆਰਗਨ ਹੈਗਾ ਜਨਰਲ ਅਸੈਂਬਲੀ। ਜਨਰਲ ਅਸੈਂਬਲੀ ਹੁਣ ਵਿੱਚ ਜਿਵੇਂ ਯੂਨਾਈਟਿਡ ਨੇਸ਼ਨ ਦੇ 192 ਮੈਂਬਰਸ ਹੋ ਚੁੱਕੀਆਂ ਹੁਣ ਤੱਕ, ਅਤੇ ਜਨਰਲ ਅਸੈਂਬਲੀ ਦੇ ਵਿੱਚ ਹਰ ਦੇਸ਼ ਨੂੰ ਰਿਪਰੈਜ਼ੈਂਟੇਸ਼ਨ
ਦਿੱਤੀ ਗਈ ਹੈ, ਠੀਕ ਹੈ। ਯੂਨਾਈਟਿਡ ਨੇਸ਼ਨ ਦੇ ਵਿੱਚ ਹਰ ਕੰਟਰੀ ਦਾ ਇੱਕ ਡਿਪਲੋਮੇਟ ਜਿਹੜਾ ਹੈਗਾ ਵਾ ਉਹ ਪਾਰਟਿਸਿਪੇਟ ਕਰਦਾ ਹੈ। ਜਿਵੇਂ 192 ਕੰਟਰੀਜ਼ ਆ ਤੇ 192 ਮੈਂਬਰਸ ਜਨਰਲ ਅਸੈਂਬਲੀ ਦੇ ਹੋਣਗੇ। ਹਰ ਇੱਕ ਕੰਟਰੀ ਨੂੰ ਇੱਕ ਵੋਟ ਜਿਹੜੀ ਇੱਥੇ ਦਿੱਤੀ ਗਈ ਹੈ। ਇਹ ਉਹ ਪਲੇਟਫਾਰਮ ਆ ਜਿਵੇਂ ਹਰ ਇੱਕ ਦੇਸ਼ ਦੀ ਪਾਰਲੀਮੈਂਟ ਹੁੰਦੀ ਹੈ, ਜਿੱਥੇ ਡਿਸਕਸ਼ਨਸ ਹੁੰਦੀਆਂ ਹੈ, ਡਿਬੇਟਸ ਹੁੰਦੀਆਂ ਹੈ ਤੇ ਫਿਰ ਜਿਹੜੇ ਆ ਡਿਸੀਜਨਸ ਲਏ ਜਾਂਦੇ ਆ। ਇਸੇ ਤਰ੍ਹਾਂ ਜਨਰਲ ਅਸੈਂਬਲੀਜ਼ ਦੇ ਵਿੱਚ ਵੀ ਅਲੱਗ-ਅਲੱਗ ਦੇਸ਼ ਦੇ ਡਿਪਲੋਮੇਟਸ ਆਪਸ ਦੇ ਵਿੱਚ ਡਿਸਕਸ਼ਨਸ ਕਰਦੇ ਆ, ਡਿਬੇਟਸ ਕਰਦੇ ਆ, ਫਿਰ ਡਿਸੀਜਨਸ ਜਿਹੜੇ ਉਹ ਲਏ ਜਾਂਦੇ ਆ, ਠੀਕ ਹੈ। ਇਹਨਾਂ ਨੂੰ ਅਸੀਂ ਕਿਸੇ ਦੇਸ਼ ਦੀ ਪਾਰਲੀਮੈਂਟ ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਸੈਕਿੰਡ ਜਿਹੜਾ ਮੋਸਟ ਇੰਪੋਰਟੈਂਟ ਆਰਗਨ ਹੈਗਾ ਹੈ ਸਿਕਿਉਰਿਟੀ ਕਾਉਂਸਲ। ਸਿਕਿਉਰਿਟੀ ਕਾਉਂਸਲ ਦੇ 15 ਮੈਂਬਰਸ ਹੁੰਦੇ ਆ, ਠੀਕ ਹੈ, ਜਿਨ੍ਹਾਂ ਦੇ ਵਿੱਚ 10 ਜਿਹੜੇ ਨਾਨ ਪਰਮਾਨੈਂਟ ਮੈਂਬਰ ਆ ਤੇ 5 ਜਿਹੜੇ ਆ ਪਰਮਾਨੈਂਟ ਮੈਂਬਰ ਆ। ਪਰਮਾਨੈਂਟ ਮੈਂਬਰਸ ਦੇ ਵਿੱਚ USA, USSR ਜੋ ਪਹਿਲਾਂ ਸੀ, ਹੁਣ ਉਸ ਦੀ ਜਗ੍ਹਾ ਰਸ਼ੀਆ ਆ ਚੁੱਕਿਆ ਹੈ। UK, ਇਸ ਤੋਂ ਇਲਾਵਾ ਫਰਾਂਸ ਤੇ ਚਾਈਨਾ ਇਹਦੇ 5 ਪਰਮਾਨੈਂਟ ਮੈਂਬਰ ਆ। ਇਹਨਾਂ ਨੂੰ ਵੀਟੋ ਪਾਵਰ ਵੀ ਦਿੱਤੀ ਗਈ ਆ। ਵੀਟੋ ਪਾਵਰ ਮੀਨਸ ਸਪੈਸ਼ਲ ਪਾਵਰ। ਕਿਸੇ ਵੀ ਡਿਸੀਜ਼ਨ ਨੂੰ ਲੈਣ ਵਾਸਤੇ ਇਹਨਾਂ 5 ਕੰਟਰੀਜ਼ ਦਾ ਜਿਹੜਾ ਹੈਗਾ ਵਾ ਉਹ ਸਹਿਮਤੀ ਹੋਣੀ ਜ਼ਰੂਰੀ ਆ। ਜੇਕਰ ਇੱਕ ਕੰਟਰੀ ਵੀ ਵੀਟੋ ਕਰਦੀ ਆ ਤੇ ਉਹ ਡਿਸੀਜ਼ਨ ਫਾਈਨਲਾਈਜ਼ ਨਹੀਂ ਹੋ ਪਾਉਂਦਾ। 10 ਨਾਨ ਪਰਮਾਨੈਂਟ ਮੈਂਬਰਸ ਅਲੱਗ-ਅਲੱਗ ਸਮੇਂ ਵਾਸਤੇ 2 ਸਾਲ ਵਾਸਤੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚੋਂ ਚੁਣੇ ਜਾਂਦੇ ਆ। ਪਹਿਲਾਂ ਸਿਕਿਉਰਿਟੀ ਕਾਉਂਸਲ ਦੇ 7 ਨਾਨ ਪਰਮਾਨੈਂਟ ਮੈਂਬਰ ਹੋਇਆ ਕਰਦੇ ਸੀ, ਬਟ ਇਸ ਨੂੰ ਐਕਸਪੈਂਡ ਕਰ ਦਿੱਤਾ ਗਿਆ ਤੇ 10 ਨਾਨ ਪਰਮਾਨੈਂਟ ਮੈਂਬਰ ਲਏ ਗਏ। ਬਟ ਜਿਹੜੇ ਪਰਮਾਨੈਂਟ ਮੈਂਬਰਸ ਆ ਉਹ ਅੱਜ ਵੀ 5 ਆ। ਇਹਨੂੰ ਬਿਲਕੁਲ ਵੀ ਐਕਸਪੈਂਡ ਨਹੀਂ ਕੀਤਾ ਗਿਆ, ਠੀਕ ਹੈ। ਇਹ ਮਤਲਬ ਕਿ ਬਹੁਤ ਮੋਸਟ ਇੰਪੋਰਟੈਂਟ ਆਰਗਨ ਯੂਨਾਈਟਿਡ ਨੇਸ਼ਨਸ ਦਾ ਮੰਨਿਆ ਜਾਂਦਾ ਹੈ। ਦ ਨੈਕਸਟ ਹੈਗਾ ਦ ਸੋਸ਼ਲ ਐਂਡ ਇਕਨੋਮਿਕ ਕੌਂਸਲ। ਜਿਵੇਂ ਕਿ ਨਾਮ ਤੋਂ ਹੀ ਪਤਾ ਹੈ, ਸੋਸ਼ਲ ਐਂਡ ਇਕਨੋਮਿਕ ਕੌਂਸਲ ਦਾ ਕੰਮ ਹੈਗਾ ਹੈ ਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸੋਸ਼ਲ ਜਿਹੜੀ ਹੈਗੀ ਇਕੁਐਲਿਟੀ ਨੂੰ ਮੇਨਟੇਨ ਕਰਨਾ, ਨਾਲ ਹੀ ਨਾਲ ਉਹਨਾਂ ਦੀ ਸੋਸ਼ਲ ਡਿਵੈਲਪਮੈਂਟ ਕਰਨਾ। ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਕਨੋਮਿਕ ਡਿਵੈਲਪਮੈਂਟਸ ਦੇ ਵਿੱਚ ਜੋ ਵੀ ਐਗਰੀਮੈਂਟਸ ਕੀਤੇ ਜਾਂਦੇ ਆ ਜਾਂ ਉਹਨਾਂ ਦੀ ਇਕਨੋਮਿਕ ਡਿਵੈਲਪਮੈਂਟ ਦੇ ਕੀ ਇੰਡੈਕਸ ਹੈਗੇ ਆ, ਇਹਨਾਂ ਸਾਰਿਆਂ ਦੀ ਰਿਪੋਰਟ ਤਿਆਰ ਕਰਕੇ ਉਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਪੇਸ਼ ਕਰਦੇ ਆ। 4th ਆਰਗਨ ਦਾ ਟਰਸਟੀਸ਼ਿਪ ਕਾਉਂਸਲ, ਜਿਹਦੀ ਹੁਣ ਕੋਈ ਬਹੁਤੀ ਰੈਲੇਵੈਂਸ ਨਹੀਂ ਰਹੀ, ਠੀਕ ਹੈ। ਟਰਸਟੀਸ਼ਿਪ ਕਾਉਂਸਲ ਜਿਹੜਾ ਹੈਗਾ ਵਾ ਉਸ ਦੀ ਰੈਲੇਵੈਂਸ ਨਾ ਹੋਣ ਕਰਕੇ ਇਨਐਕਟਿਵ ਆਰਗਨ ਬਣ ਚੁੱਕਿਆ ਹੈ। ਨੈਕਸਟ ਹੈਗਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ 15 ਜੱਜ ਹੁੰਦੇ ਆ, ਠੀਕ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਅਲੱਗ-ਅਲੱਗ ਕੰਟਰੀਜ਼ ਜਿਹੜੀਆਂ ਹੈਗੀਆਂ ਵਾ ਆਪਣੇ ਕਨਫਲਿਕਟ ਲੈ ਕੇ ਆ ਸਕਦੀਆਂ ਹੈ। ਕੋਈ ਵੀ ਇੰਡੀਵਿਜੂਅਲਸ ਜਿਹੜਾ ਹੈਗਾ ਵਾ ਆਪਣੇ ਝਗੜੇ ਲੈ ਕੇ ਨਹੀਂ ਜਾ ਸਕਦਾ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਅਲੱਗ-ਅਲੱਗ ਕੰਟਰੀਜ਼ ਜਿਹੜੀਆਂ ਹੈਗੀਆਂ ਵਾ ਉਹ ਆਪਣੇ ਝਗੜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਲੈ ਕੇ ਜਾ ਸਕਦੀਆਂ ਹੈ, ਜਿੱਥੇ ਕਿ ਇਹਨਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਨੈਕਸਟ ਹੈਗਾ ਸੈਕਟਰੇਟ। ਜਿਵੇਂ ਕਿ ਹੁਣ ਯੂਨਾਈਟਿਡ ਨੇਸ਼ਨਸ ਦੀ ਸਾਰੀ ਵਰਕਿੰਗ, ਸਾਰੀ ਫੰਕਸ਼ਨਿੰਗ ਜਿਹੜੀ ਹੈਗੀ ਆ ਉਹ ਸੈਕਟਰੇਟ ਦੁਆਰਾ ਦੇਖੀ ਜਾਂਦੀ ਆ। ਇਸ ਦਾ ਇੱਕ ਸੈਕਟਰੀ ਜਨਰਲ ਹੁੰਦਾ ਹੈ ਜੋ ਕਿ ਇਸ ਸਾਰੀ ਫੰਕਸ਼ਨਿੰਗ ਨੂੰ ਮੇਨਟੇਨ ਕਰਦਾ ਹੈ। ਜਿਵੇਂ ਸਟਾਫ ਜਿਹੜਾ ਹੈਗਾ ਵਾ ਉਸਨੂੰ ਰਿਕਰੂਟ ਕਰਨਾ ਜਾਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਹੈਗੀਆਂ ਕੰਮ ਕਰਨੇ, ਠੀਕ ਹੈ। ਨੈਕਸਟ ਦੀਆਂ ਏਜੰਸੀਜ਼ ਆ ਜਾਂਦੀਆਂ ਹੈ। ਏਜੰਸੀਜ਼ ਦੇ ਵਿੱਚ ਯੂਨੀਸੈਫ ਹੋ ਗਿਆ ਜੋ ਕਿ ਯੂਨਾਈਟਿਡ ਨੇਸ਼ਨ ਦੇ ਇੱਕ ਇੰਟਰਨੈਸ਼ਨਲ ਏਜੰਸੀ ਹੈਗੀ ਆ ਜੋ ਚਿਲਡਰਨਸ ਵਾਸਤੇ ਫੰਡ ਪ੍ਰੋਵਾਈਡ ਕਰਦੀ ਹੈ, ਠੀਕ ਹੈ। ਜਿਵੇਂ ਬਹੁਤ ਹੀ ਜ਼ਿਆਦਾ ਜਿਹੜੇ ਗਰੀਬ ਦੇਸ਼ ਹੈਗੇ ਆ ਉਹਨਾਂ ਦੇ ਵਿੱਚ ਬੱਚਿਆਂ ਨੂੰ ਬਿਲਕੁਲ ਵੀ ਨਿਊਟ੍ਰੀਸ਼ਨ ਫੂਡ ਨਹੀਂ ਮਿਲ ਰਿਹਾ, ਐਜੂਕੇਸ਼ਨ ਨਹੀਂ ਮਿਲ ਰਿਹਾ, ਉਹਨਾਂ ਵਾਸਤੇ ਐਮਰਜੈਂਸੀ ਫੰਡ ਜਿਹੜਾ ਹੈਗਾ ਵਾ ਉਹ ਪ੍ਰੋਵਾਈਡ ਕਰਦਾ ਹੈ। ਜੋ ਨੈਸਕੋ ਹੈਗੀ ਆ ਐਜੂਕੇਸ਼ਨਲ ਤੇ ਸਾਇੰਟਿਫਿਕ ਕੋਆਪਰੇਸ਼ਨ ਵਾਸਤੇ ਬਣੀ ਹੋਈ ਆ। WHO ਜੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਆ। ਵਰਲਡ ਦੇ ਵਿੱਚ ਹੈਲਥ ਜਿਹੜੀ ਹੈਗੀ ਆ ਉਹ ਇੱਕ ਮੇਨ ਮੁੱਦਾ ਵਾ। ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਵਾਇਰਸ ਜਿਹੜੇ ਹੈਗੇ ਆ ਉਹ ਐਪੀਡੈਮਿਕਸ ਬਣਦੇ ਜਾ ਰਹੇ ਆ ਜੋ ਕਿ ਹਿਊਮੈਨਿਟੀ ਵਾਸਤੇ ਬਹੁਤ ਵੱਡਾ ਖਤਰਾ ਵਾ, ਠੀਕ ਹੈ। ਇਸ ਕਰਕੇ ਇਹ ਹੈਲਥ ਇੰਡੈਕਸ ਜਿਹੜੇ ਹੈਗੇ ਆ ਇਹਨਾਂ ਨੂੰ ਤਿਆਰ ਕਰਨਾ, ਰਿਪੋਰਟ ਤਿਆਰ ਕਰਨੀ ਜਾਂ ਕੋਈ ਵੀ ਵੈਕਸੀਨ ਜਿਹੜੀ ਤਿਆਰ ਕਰਨੀ ਹੈਗੀ ਆ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕੰਮ ਆ। ਨੈਕਸਟ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਕੰਮ ਕੀ ਹੈ? ਟੂ ਸੈਟ ਦ ਰੂਲਸ ਐਂਡ ਰੈਗੂਲੇਸ਼ਨਸ ਫॉर ਵਰਲਡ ਟ੍ਰੇਡ। ਅਲੱਗ-ਅਲੱਗ ਕੰਟਰੀਜ਼ ਵਰਲਡ ਦੇ ਵਿੱਚ ਜੋ ਵੀ ਟ੍ਰੇਡ ਕਰਦੀਆਂ ਵਾ ਉਹਨਾਂ ਵਾਸਤੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਹੈਗੇ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੁਆਰਾ ਸੈੱਟ ਕੀਤੇ ਜਾਂਦੇ ਆ, ਠੀਕ ਹੈ। ਇਸ ਤੋਂ ਇਲਾਵਾ ਹੋਰ ਤੁਸੀਂ ਏਜੰਸੀਜ਼ ਦੇ ਵਿੱਚ ਹਿਊਮਨ ਰਾਈਟ ਵਾਚ ਏਜੰਸੀ ਕਹਿ ਸਕਦੇ ਹੋ ਜੋ ਹਿਊਮਨ ਰਾਈਟਸ ਇੰਡੈਕਸ ਨੂੰ ਵਾਚ ਕਰਦੀ ਆ। ਕਿਸੇ ਦੇਸ਼ ਦੇ ਵਿੱਚ ਕਿੰਨਾ ਹਿਊਮਨ ਰਾਈਟਸ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ ਜਾਂ ਕਿੰਨੇ ਲੈਵਲ ਤੱਕ ਉਹਨਾਂ ਨੂੰ ਹਿਊਮਨ ਰਾਈਟਸ ਜਿਹੜੇ ਉਹ ਪ੍ਰੋਵਾਈਡ ਕੀਤੇ ਜਾ ਰਿਹਾ। ਐਮਨਿਸਟਰੀ ਇੰਟਰਨੈਸ਼ਨਲ ਹੈਗੀ ਆ, ਇਹ ਵੀ ਹਿਊਮਨ ਰਾਈਟਸ ਦੇ ਉੱਪਰ ਇੱਕ NGO ਆ, ਠੀਕ ਹੈ। ਵਰਲਡ ਬੈਂਕ ਆ, ਇੰਟਰਨੈਸ਼ਨਲ ਮੋਨੀਟਰੀ ਫੰਡ ਆ।
ਹੁਣ ਜੀ ਇਹ ਜਿਹੜੀ ਸੰਸਥਾ ਹੈਗੀ ਸੀ ਇਹ ਵਾਰ ਨੂੰ ਪ੍ਰੀਵੈਂਟ ਕਰਨ ਵਾਸਤੇ ਬਣੀ ਸੀ, ਬਟ ਆਫਟਰ ਦ ਐਂਡ ਆਫ ਕੋਲਡ ਵਾਰ, ਜਦੋਂ ਕੋਲਡ ਵਾਰ ਦਾ ਐਂਡ ਹੋ ਗਿਆ ਉਦੋਂ ਯੂਨਾਈਟਿਡ ਨੇਸ਼ਨ ਦੀ ਰੈਲੇਵੈਂਸ ਜਿਹੜੀ ਹੈਗੀ ਆ ਉਹ ਵਾਰ ਤੋਂ ਹਟ ਕੇ ਇਕਨੋਮਿਕ ਡਿਵੈਲਪਮੈਂਟ ਵੱਲ ਹੋ ਗਈ, ਠੀਕ ਹੈ। ਕਿਉਂਕਿ ਉਸ ਸਮੇਂ 2 ਸੁਪਰ ਪਾਵਰਸ ਕੋਲਡ ਵਾਰ ਦੇ ਵਿੱਚ ਆਪਸ ਦੇ ਵਿੱਚ ਲੜ ਰਹੀਆਂ ਸੀ, ਜਿਹਦੇ ਵਿੱਚ ਇੱਕ ਸਾਈਡ ਤੇ USA ਸੀ, ਦੂਸਰੀ ਸਾਈਡ ਤੇ USSR। ਇਹ ਦੋਨੋਂ ਸੁਪਰ ਪਾਵਰਸ ਇੱਕ ਦੂਸਰੇ ਦੀ ਪਾਵਰ ਨੂੰ ਮਿਸਕੈਲਕੂਲੇਟ ਕਰਕੇ ਆਰਮਸ ਰੇਸ ਦੇ ਵਿੱਚ ਲੱਗੀਆਂ ਹੋਈਆਂ ਸੀ, ਜਿਨ੍ਹਾਂ ਨੇ ਬਹੁਤ ਸਾਰੇ ਨਿਊਕਲੀਅਰ ਵੈਪਨਸ ਬਣਾ ਲਏ, ਠੀਕ ਹੈ, ਹੋਰ ਵੀ ਬਹੁਤ ਸਾਰੇ ਹਥਿਆਰ ਜਿਹੜੇ ਉਹ ਬਣਾ ਲਏ ਜੋ ਮਨੁੱਖਤਾ ਲਈ ਬਹੁਤ ਜ਼ਿਆਦਾ ਘਾਤਕ ਸਾਬਤ ਹੋਏ। ਕਈ ਵਾਰੀ ਇਹ ਕੋਲਡ ਵਾਰ ਹੌਟ ਵਾਰ ਦੇ ਵਿੱਚ ਬਦਲਦੀ ਬਚੀ, ਜਿਹਦੇ ਵਿੱਚ ਕਿ ਯੂਨਾਈਟਿਡ ਨੇਸ਼ਨਸ ਦਾ ਬਹੁਤ ਵੱਡਾ ਰੋਲ ਆ। ਯੂਨਾਈਟਿਡ ਨੇਸ਼ਨਸ ਨੇ ਆਪਣੀਆਂ ਪੀਸ ਕੀਪਿੰਗ ਫੋਰਸਿਸ ਬਣਾਈਆਂ ਹੋਈਆਂ, ਜਿਸ ਕਿਤੇ ਵੀ ਕੋਈ ਕਨਫਲਿਕਟ ਹੁੰਦਾ ਹੈ ਤੇ ਉੱਥੇ ਇਹ ਪੀਸ ਕੀਪਿੰਗ ਫੋਰਸਿਸ ਜਿਹੜੀਆਂ ਹੈਗੀਆਂ ਵਾ ਉਹ ਕਨਫਲਿਕਟ ਨੂੰ ਖਤਮ ਕਰਦੀਆਂ। ਅੱਜ ਦੇ ਇਰਾ ਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਰੈਲੇਵੈਂਸ ਜਿਹੜੀ ਹੈਗੀ ਆ ਉਹ ਇਕਨੋਮਿਕ ਡਿਵੈਲਪਮੈਂਟ ਵਾਸਤੇ ਆ, ਠੀਕ ਹੈ, ਕਿਉਂਕਿ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੇ ਆ ਵਰਲਡ ਦੀਆਂ ਅਲੱਗ ਕੰਟਰੀ ਨੂੰ, ਜਿਨ੍ਹਾਂ ਵਿੱਚ ਉਹ ਆਪਸ ਦੇ ਵਿੱਚ ਆਪਣੀ ਇਕਨੋਮਿਕ ਜਿਹੜੇ ਹੈਗੇ ਆ ਮੁੱਦੇ ਉਹ ਡਿਸਕਸ ਕਰ ਸਕਦੇ ਆ, ਕਿਸ ਤਰ੍ਹਾਂ ਦੀ ਡਿਵੈਲਪਮੈਂਟ ਕੀਤੀਆਂ ਜਾ ਸਕਦੀਆਂ ਹੈ, ਕਿਹੜੇ ਐਗਰੀਮੈਂਟਸ ਕੀਤੇ ਜਾ ਸਕਦੇ ਆ, ਇਹਨਾਂ ਸਾਰਿਆਂ ਦੇ ਵਿੱਚ ਡਿਸਕਸ਼ਨ ਕੀਤੀ ਜਾਂਦੀ ਆ। ਹੋਰ ਵੀ ਬਹੁਤ ਸਾਰੇ ਮੁੱਦੇ ਯੂਨਾਈਟਿਡ ਨੇਸ਼ਨ ਦੇ ਵਿੱਚ ਡਿਸਕਸ ਕੀਤੇ ਜਾ ਰਹੇ ਆ ਜੋ ਕਿ ਅੱਜ ਦੀ ਮਨੁੱਖਤਾ ਦੇ ਵਿੱਚ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਰਿਹਾ, ਜਿਵੇਂ ਟੈਰਰਿਜ਼ਮ ਦਾ ਮੁੱਦਾ ਹੋ ਗਿਆ। ਟੈਰਰਿਜ਼ਮ ਵੀ ਬਹੁਤ ਇੱਕ ਭਿਆਨਕ ਰੂਪ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਫੈਲ ਚੁੱਕਿਆ ਹੈ, ਇਸ ਨੂੰ ਕਿੱਦਾਂ ਖਤਮ ਕੀਤਾ ਜਾਏਗਾ। ਇਨਵਾਇਰਮੈਂਟਲ ਡਿਗਰੇਡੇਸ਼ਨ ਦਾ ਮੁੱਦਾ ਹੋ ਗਿਆ, ਗਲੋਬਲ ਵਾਰਮਿੰਗ ਦਾ ਮੁੱਦਾ ਹੋ ਗਿਆ, ਠੀਕ ਹੈ। ਇਹ ਸਾਰੇ ਮੁੱਦਿਆਂ ਵਾਸਤੇ ਯੂਨਾਈਟਿਡ ਨੇਸ਼ਨ ਇੱਕ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ ਜਿੱਥੇ ਦੁਨੀਆ ਦੀਆਂ ਅਲੱਗ-ਅਲੱਗ ਕੰਟਰੀਜ਼ ਇਕੱਠੀਆਂ ਹੋ ਕੇ ਆਪਣੇ ਮੁੱਦਿਆਂ ਨੂੰ ਡਿਸਕਸ ਕਰਦੀਆਂ ਤੇ ਇਹਨਾਂ ਦਾ ਹੱਲ ਲੱਭਣ ਦਾ ਯਤਨ ਕਰਦੀਆਂ। ਸੋ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਇਰਾ ਦੇ ਵਿੱਚ ਵੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਜਿਹੜਾ ਪਲੇ ਕਰਦੀ ਹੈ। ਚਾਹੇ ਕਿ ਬਿਗ ਪਾਵਰਸ ਜਿਹੜੀਆਂ ਹੈਗੀਆਂ ਵਾ ਉਹਨਾਂ ਉੱਪਰ ਹਮੇਸ਼ਾ ਇਹ ਐਲੀਗੇਸ਼ਨਸ ਲਾਈ ਜਾਂਦੀ ਆ ਕਿ ਬਿਗ ਪਾਵਰਸ ਦੇ ਅਕੋਰਡਿੰਗ ਹੀ ਯੂਨਾਈਟਿਡ ਨੇਸ਼ਨ ਦੇ ਡਿਸੀਜਨਸ ਜਿਹੜੇ ਉਹ ਲਏ ਜਾਂਦੇ ਆ। ਇਹ ਬਿਗ ਪਾਵਰਸ ਹੈਗੀਆਂ ਯੂਨਾਈਟਿਡ ਨੇਸ਼ਨ ਦੀਆਂ ਪਰਮਾਨੈਂਟ ਮੈਂਬਰਸ ਜੋ ਸਿਕਿਉਰਿਟੀ ਕਾਉਂਸਲ ਦੀਆਂ, ਜਿਵੇਂ USA ਹੋ ਗਿਆ, ਰਸ਼ੀਆ ਹੋ ਗਿਆ, ਚਾਈਨਾ ਹੋ ਗਿਆ, ਫਰਾਂਸ ਹੋ ਗਿਆ, ਠੀਕ ਹੈ, UK ਹੋ ਗਿਆ। ਹੁਣ ਅਗਰ ਇਹਨਾਂ ਬਿਗ ਪਾਵਰਸ ਤੋਂ ਇਹਨਾਂ ਦੀ ਵੀਟੋ ਪਾਵਰ ਵਾਪਸ ਲੈ ਲਈ ਜਾਵੇਗੀ ਤੇ ਇਹਨਾਂ ਬਿਗ ਪਾਵਰਸ ਨੂੰ ਯੂਨਾਈਟਿਡ ਨੇਸ਼ਨ ਵਿੱਚ ਕੋਈ ਇੰਟਰਸਟ ਨਹੀਂ ਰਹੇਗਾ, ਜੋ ਕਿ ਯੂਨਾਈਟਿਡ ਨੇਸ਼ਨ ਵਾਸਤੇ ਬਹੁਤ ਹੀ ਜ਼ਿਆਦਾ ਖਤਰੇ ਦੀ ਗੱਲ ਆ, ਕਿਉਂਕਿ ਇਹ ਬਹੁਤ ਵੱਡਾ ਬਜਟ ਦਾ ਹਿੱਸਾ ਜਿਹੜਾ ਯੂਨਾਈਟਿਡ ਨੇਸ਼ਨ ਨੂੰ ਪ੍ਰੋਵਾਈਡ ਕਰਦੀਆਂ ਹੈ। ਦੁਨੀਆ ਦੀਆਂ ਹੋਰ ਵੀ ਬਹੁਤ ਸਾਰੀਆਂ ਕੰਟਰੀਜ਼ ਇਹ ਕੋਸ਼ਿਸ਼ ਕਰ ਰਹੀਆਂ ਹੈ ਕਿ ਉਹਨਾਂ ਨੂੰ ਯੂਨਾਈਟਿਡ ਨੇਸ਼ਨ ਦਾ ਸਿਕਿਉਰਿਟੀ ਕਾਉਂਸਲ ਦਾ ਪਰਮਾਨੈਂਟ ਮੈਂਬਰ ਬਣਾਇਆ ਜਾਵੇ। ਅਲੱਗ-ਅਲੱਗ ਕ੍ਰਾਈਟੇਰੀਆਸ ਜਿਹੜੇ ਹੈਗੇ ਉਹ ਬਣਾਏ ਗਏ ਆ, ਬਟ ਅਜੇ ਵੀ 5 ਪਰਮਾਨੈਂਟ ਮੈਂਬਰ ਹੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਰੱਖੇ ਗਏ ਆ। ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਵਾ ਉਹ ਬਹੁਤ ਹੀ ਯੂਜ਼ਫੁਲ ਹੁੰਦੀਆਂ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਕਾਰਨ ਅਲੱਗ-ਅਲੱਗ ਕੰਟਰੀਜ਼ ਵਰਲਡ ਦੀਆਂ ਆਪਸ ਦੇ ਵਿੱਚ ਮਿਲ ਜੁਲ ਕੇ ਕੰਮ ਕਰਦੀਆਂ ਹੈ, ਇੱਕ ਦੂਜੇ ਨਾਲ ਕੋਆਪਰੇਟ ਕਰਦੀਆਂ ਹੈ, ਚਾਹੇ ਉਹ ਕਿਸੇ ਵੀ ਪ੍ਰਕਾਰ ਦਾ ਕੋਈ ਮੁੱਦਾ ਜਿਹੜਾ ਹੋਵੇ। ਵਾਰ ਦੇ ਨਾਲੋਂ ਆਪਸ ਦੇ ਵਿੱਚ ਇਹ ਕੰਟਰੀਜ਼ ਜਿਹੜੀਆਂ ਹੈਗੀਆਂ ਗੱਲਬਾਤ ਕਰਕੇ ਆਪਣੀ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਕੱਢ ਲੈਂਦੀਆਂ ਹੈ, ਜੋ ਕਿ ਮਨੁੱਖਤਾ ਦੇ ਲਈ ਇੱਕ ਬਹੁਤ ਵਧੀਆ ਗੱਲ ਆ। ਸੋ ਇਸ ਤਰ੍ਹਾਂ ਦੀਆਂ ਇੰਟਰਨੈਸ਼ਨਲ ਏਜੰਸੀਜ਼ ਜਿਹੜੀਆਂ ਹੈਗੀਆਂ ਵਾ ਉਹ ਸਾਡੇ ਸਮਾਜ ਲਈ, ਸਾਡੇ ਪੂਰੇ ਵਰਲਡ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ।